ਜਿਹੜੀ ਫਿਕਰ ਵਾਲੀ ਗੱਲ ਹੋਣੀ ਚਾਹੀਦੀ ਹੈ ਉਹ ਹੈ ਜੀ ਹੋਮਿਸਾਈਡਸ, ਕਿਉਂਕਿ ਉਹਦੇ ਵਿੱਚ ਕਿਸੇ ਦੀ ਜਾਨ ਜਾ ਰਹੀ ਹੈ। ਹੋਮਿਸਾਈਡਸ ਵਿੱਚ ਵੀ ਜੇ ਹਿਸਟੋਰੀਕਲੀ ਤੁਸੀਂ ਦੇਖੋਗੇ ਤਾਂ G7 ਕੰਟਰੀਜ਼ ਵਿੱਚ ਕੈਨੇਡਾ ਦੂਜੇ ਨੰਬਰ 'ਤੇ ਹਮੇਸ਼ਾ ਰਿਹਾ, ਫਰਾਂਸ ਵਿੱਚ ਬਹੁਤ ਹਾਈ ਰਿਹਾ ਇਹ ਨੰਬਰ। ਲੇਕਿਨ ਇੱਕ ਵਾਰ ਫਿਰ ਜਦੋਂ ਅਸੀਂ ਆਪਣਾ ਡੇਟਾ ਦੇਖਦੇ ਹਾਂ ਤਾਂ 2014 ਤੋਂ ਬਾਅਦ ਉਹ ਨੰਬਰ ਵੱਧਦਾ ਪਿਆ ਹੈ। ਸੋ ਜਦੋਂ ਅਸੌਲਟ ਦੀ ਗੱਲ ਕਰੀਏ ਤਾਂ ਕੈਨੇਡਾ ਜਿਹੜੀ G7 ਦੀ ਐਵਰੇਜ ਹੈ ਉਹ ਤੋਂ 73% ਜ਼ਿਆਦਾ ਇੱਥੇ ਅਸੌਲਟ ਹੋ ਰਹੇ ਨੇ। ਮਤਲਬ ਸਿਰਫ ਇੱਕ ਮੈਂ ਕੰਪੈਰੀਜ਼ਨ ਲਈ ਦੱਸ ਰਿਹਾ ਕਿ G7 ਬਾਕੀ ਸਾਰੀ ਕੰਟਰੀਆਂ ਦੀ ਜੋ ਐਵਰੇਜ ਕੱਢੋ ਤੇ ਫਿਰ ਕੈਨੇਡਾ 'ਚ ਦੇਖੋ ਤਾਂ 73% ਜ਼ਿਆਦਾ ਅਸੌਲਟ ਇੱਥੇ ਹੋ ਰਹੇ ਨੇ। ਜੇ ਡਰੱਗ ਰਿਲੇਟਡ ਓਫੈਂਸਿਸ ਦੀ ਗੱਲ ਕਰੀਏ ਤਾਂ ਵੀ 9% ਜ਼ਿਆਦਾ ਹੈ G7 ਦੀ ਪੂਰੀ ਐਵਰੇਜ ਨਾਲੋਂ। ਗੱਲ ਕਰਦੇ ਹਾਂ ਕੈਨੇਡਾ ਦੀ ਕ੍ਰਾਈਮ ਦੀ ਗੱਲ ਜਦੋਂ ਕਰਾਂਗੇ ਉਹਦੇ 'ਚ ਅਕਸਰ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ ਜਦੋਂ ਕੈਨੇਡਾ ਦੇ ਡਿਵੈਲਪਮੈਂਟ ਦੀ ਅਸੀਂ ਗੱਲ ਕਰਦੇ ਹਾਂ, ਕੈਨੇਡਾ ਦੇ ਡੈਟ ਦੀ ਗੱਲ ਕਰਦੇ ਹਾਂ ਅਤੇ ਪੋਲੀਟੀਸ਼ੀਅਨ ਦਾ ਬੜਾ ਇੱਕ ਰਿਪਲਾਈ ਹੁੰਦਾ ਕਿ ਜੀ G7 ਕੰਟਰੀ 'ਚ ਅਸੀਂ ਬੈਟਰ ਪਰਫੋਰਮ ਕਰ ਰਹੇ ਹਾਂ, ਚਾਹੇ ਸਾਡਾ ਡੈਟ ਹੈਗਾ GDP ਟੂ ਡੈਟ ਰੇਸ਼ੋ ਹੈ ਉਹ ਸਾਡੀ ਸਭ ਤੋਂ ਵਧੀਆ ਹੈ। ਹੋਰ ਬਹੁਤ ਸਾਰੇ ਪੱਖਾਂ ਤੋਂ ਦੱਸਦੇ ਨੇ ਕਿ ਅਸੀਂ G7 ਦੇ 'ਚ ਬੜੀ ਅੱਛੀ ਸਾਡੀ ਪਰਫੋਰਮੈਂਸ। ਉਹ ਤਾਂ ਇੱਕ ਸਾਈਡ ਹੋ ਗਈ। ਫਿਰ ਅੱਜ ਅਸੀਂ ਥੋੜ੍ਹਾ ਜਿਹਾ ਕੋਸ਼ਿਸ਼ ਕੀਤੀ ਕਿ ਇਸ ਗੱਲ ਨੂੰ ਸਮਝਿਆ ਜਾਏ ਕਿ ਕ੍ਰਾਈਮ ਦੇ ਮਾਮਲੇ 'ਚ G7 'ਚ ਕੰਟਰੀ ਕਿੱਥੇ ਖੜ੍ਹਾ। ਸੋ ਇਹਦੇ ਬਾਰੇ ਜੋ ਕੁਛ ਨੰਬਰਸ ਦੱਸਦੇ ਨੇ ਉਹ ਨੰਬਰਸ ਕੁਛ ਬਹੁਤ ਹੀ ਗ੍ਰੇਟ ਨਹੀਂ। ਸੋ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਾਡੇ ਟੀਮ ਮੈਂਬਰ ਨੇ ਅਤੇ ਸਾਡੀ ਨਿਊਜ਼ ਟੀਮ ਦੇ ਇਸ਼ਰਤ, ਉਹ ਇਸ ਸਟੱਡੀ 'ਚ ਉਹਨਾਂ ਨੇ ਕੰਮ ਕੀਤਾ ਇਸ 'ਤੇ ਅਤੇ ਉਹ ਹੈਲਪ ਕਰ ਰਹੇ ਨੇ ਅਤੇ ਸਾਡੇ ਨਾਲ ਅਸੀਂ ਇਸ਼ਰਤ ਨਾਲ ਗੱਲ ਕਰਾਂਗੇ। ਹੋਰ ਇਸ਼ਰਤ, ਠੀਕ ਠਾਕ ਹੋ? ਬਿਲਕੁਲ ਠੀਕ ਜੀ, ਥੈਂਕ ਯੂ। ਅਤੇ ਤੁਸੀਂ ਨੰਬਰ ਚੈੱਕ ਕੀਤੇ ਨੇ G7 ਦੇ ਜੀ, ਅਤੇ ਕ੍ਰਾਈਮ ਦੇ ਓਵਰਆਲ ਨੰਬਰ ਕੀ ਨੇ? ਸ਼ਮੀਲ ਜੀ, ਡੇਟਾ ਨਾ ਬੜਾ ਇੱਕ ਇੰਟਰਸਟਿੰਗ ਚੀਜ਼ ਹੁੰਦਾ ਅਤੇ ਸਾਡੇ ਪੋਲੀਟੀਸ਼ੀਅਨਸ ਵੀ ਉਹਨੂੰ ਨਾ ਆਪਣੇ ਹਿਸਾਬ ਨਾਲ ਯੂਜ਼ ਕਰ ਲੈਂਦੇ, ਕਿਉਂਕਿ ਤੁਸੀਂ ਜਦੋਂ ਡੇਟਾ ਨੂੰ ਰੀਡ ਕਰਦੇ ਹੋ ਤੁਸੀਂ ਜਦੋਂ ਇੱਕ ਪੱਖ ਕੋਈ ਪੋਜ਼ੀਟਿਵ ਲੈ ਲਓ ਅਤੇ ਕਹਿ ਦਿਓ ਜੀ ਵੀ ਅਸੀਂ ਤਾਂ ਕ੍ਰਾਈਮ 'ਚ ਸਭ ਤੋਂ ਪਿੱਛੇ ਹਾਂ G7 'ਚ। ਪਰ ਡੇਟਾ ਨੂੰ ਜੇ ਚੱਜ ਨਾਲ ਰੀਡ ਕਰੋ ਤਾਂ ਸੱਚਾਈ ਬਾਅਦ 'ਚ ਬਾਹਰ ਆਉਂਦੀ ਹੈ, ਕਿਉਂਕਿ ਪੋਪੂਲੇਸ਼ਨ ਦਾ ਬੜਾ ਫਰਕ ਹੈ। ਸੋ ਜੇ ਕੈਨੇਡਾ ਦੀ ਪੋਪੂਲੇਸ਼ਨ ਘੱਟ ਹੈ ਤਾਂ ਟੋਟਲ ਨੰਬਰ ਤਾਂ ਘੱਟ ਤੁਸੀਂ ਦੱਸ ਦੋਗੇ, ਲੇਕਿਨ ਸਹੀ ਕੰਪੈਰੀਜ਼ਨ ਅਲੱਗ ਪੋਪੂਲੇਸ਼ਨ ਦਾ ਉਦੋਂ ਹੋਏਗਾ ਜਦੋਂ ਅਸੀਂ ਪਰ ਕੈਪੀਟਾ ਕ੍ਰਾਈਮ ਦੇਖਾਂਗੇ। ਮਤਲਬ ਕਿ ਜਾਂ ਤਾਂ ਅਸੀਂ ਪਰ 1000 ਜਾਂ ਪਰ 1 ਲੱਖ ਪੀਪਲ ਜਦੋਂ ਅਸੀਂ ਕੰਪੇਅਰ ਕਰਨ ਲੱਗਾਂਗੇ ਫਿਰ ਗੱਲ ਸੱਚੀ ਸਾਹਮਣੇ ਆਉਂਦੀ ਹੈ। ਹੁਣ ਇੱਕ ਉਦਾਹਰਨ ਵਜੋਂ ਆਪਾਂ ਕਹੀਏ ਵੀ ਸਾਨੂੰ ਲੱਗਦਾ ਹੀ ਹੈ ਅਤੇ ਇਹ ਸੱਚ ਵੀ ਹੈ ਕਿ US ਵਿੱਚ ਗਨ ਕ੍ਰਾਈਮ ਬਹੁਤ ਜ਼ਿਆਦਾ, ਸ਼ੂਟਿੰਗਸ ਇੰਨੀਆਂ ਹੁੰਦੀਆਂ, ਪਰ ਜਦੋਂ ਅਸੀਂ ਪੂਰਾ ਕ੍ਰਾਈਮ ਕੰਪੇਅਰ ਕਰਦੇ ਹਾਂ ਤਾਂ ਕੈਨੇਡਾ US ਤੋਂ ਕ੍ਰਾਈਮ ਪਰ 1000 ਪੀਪਲ 'ਚ ਕਿਤੇ ਅੱਗੇ ਹੈ। ਅਤੇ ਇਸੇ ਤਰ੍ਹਾਂ ਜਦੋਂ G7 ਕੰਟਰੀਜ਼ ਨਾਲ ਤੁਸੀਂ ਕੰਪੇਅਰ ਕਰੋਗੇ ਤਾਂ ਕੁਝ ਇਹੋ ਜਿਹੇ ਕ੍ਰਾਈਮਸ ਨੇ ਜਿਹਦੇ ਵਿੱਚ ਕੈਨੇਡਾ ਐਕਚੁਅਲੀ ਜਦੋਂ ਪਰ 1000 ਜਾਂ ਪਰ ਲੱਖ ਪੀਪਲ ਤੁਸੀਂ ਕੰਪੇਅਰ ਕਰੋਗੇ ਉਹਦੇ ਵਿੱਚ ਬਹੁਤ ਅੱਗੇ ਹੈ ਕੈਨੇਡਾ। ਸੋ ਇਹ ਦੇਖੋ, ਇਹ ਬੜਾ ਗੁੰਮਰਾਹ ਕਰਨ ਵਾਲਾ ਹੋ ਸਕਦਾ ਹੈ ਜੀ ਕਿ ਜੇ ਤੁਸੀਂ ਸਿਰਫ ਨੰਬਰਸ ਕੰਪੇਅਰ ਕਰ ਲਓ US ਨਾਲ। US ਦੀ ਪਾਪੂਲੇਸ਼ਨ ਕਿਤੇ ਮਤਲਬ ਜ਼ਿਆਦਾ ਹੈ ਕੈਨੇਡਾ ਨਾਲੋਂ। ਬਿਲਕੁਲ। ਇਸ ਹਿਸਾਬ ਨਾਲ ਤਾਂ ਤੁਸੀਂ ਇੰਡੀਆ ਨਾਲ ਕੰਪੇਅਰ ਕਰੋਗੇ ਨਾ, ਇੰਡੀਆ ਦੇ 'ਚ ਬਿਲੀਅਨ ਪਲੱਸ ਆਬਾਦੀ ਹੈ ਜੀ, ਅਤੇ ਉਹ ਤਾਂ ਕੋਈ ਸਹੀ ਨੰਬਰ ਨਹੀਂ ਹੋਏਗਾ। ਗੱਲ ਤਾਂ ਤੁਸੀਂ ਪਰ ਬਿਲਕੁਲ ਲੱਖ ਜਾਂ ਪਰ 1000 ਜਿਹੜਾ ਨੰਬਰ ਹੈ ਉਹੀ ਸਹੀ ਹੋਏਗਾ। ਬਿਲਕੁਲ ਜੀ। ਉਹਦੇ ਹਿਸਾਬ ਨਾਲ ਫਿਰ ਜੇ ਅਸੀਂ ਹੁਣ ਇਕੱਲਾ ਜਿਹੜਾ ਅਲੱਗ-ਅਲੱਗ ਕ੍ਰਾਈਮ ਨੇ ਉਹਨਾਂ ਦਾ ਡੇਟਾ ਚੈੱਕ ਕਰੀਏ ਜੀ ਅਤੇ ਕੀ ਦੱਸ ਰਿਹਾ। ਹੁਣ ਦੇਖੋ ਜੀ, ਫੋਰ ਐਗਜ਼ਾਮਪਲ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਵੀ ਵਾਇਲੈਂਸ ਬੜੀ ਵੱਧ ਰਹੀ ਹੈ, ਜਿਹੜੀ ਜਨਰਲੀ ਕਿਸੇ ਨੂੰ ਕੁੱਟਮਾਰ ਵਾਲੀ ਗੱਲ ਹੈ ਨਾ। ਸੋ ਜਦੋਂ ਅਸੌਲਟ ਦੀ ਗੱਲ ਕਰੀਏ ਤਾਂ ਕੈਨੇਡਾ ਜਿਹੜੀ G7 ਦੀ ਐਵਰੇਜ ਹੈ ਉਹ ਤੋਂ 73% ਜ਼ਿਆਦਾ ਇੱਥੇ ਅਸੌਲਟ ਹੋ ਰਹੇ ਨੇ। ਮਤਲਬ ਸਿਰਫ ਇੱਕ ਮੈਂ ਕੰਪੈਰੀਜ਼ਨ ਲਈ ਦੱਸ ਰਿਹਾ ਕਿ G7 ਬਾਕੀ ਸਾਰੀ ਕੰਟਰੀਆਂ ਦੀ ਜੋ ਐਵਰੇਜ ਕੱਢੋ ਅਤੇ ਫਿਰ ਕੈਨੇਡਾ 'ਚ ਦੇਖੋ ਤਾਂ 73% ਜ਼ਿਆਦਾ ਅਸੌਲਟ ਇੱਥੇ ਹੋ ਰਹੇ ਨੇ। ਜੇ ਡਰੱਗ ਰਿਲੇਟਡ ਓਫੈਂਸਿਸ ਦੀ ਗੱਲ ਕਰੀਏ ਤਾਂ ਵੀ 9% ਜ਼ਿਆਦਾ ਹੈ G7 ਦੀ ਪੂਰੀ ਐਵਰੇਜ ਨਾਲੋਂ। ਸੋ ਇਹੋ ਜਿਹੇ ਜਦੋਂ ਡੇਟਾ ਅਸੀਂ ਦੇਖਦੇ ਹਾਂ ਤਾਂ ਪਤਾ ਲੱਗਦਾ ਕਿ ਕੈਨੇਡਾ ਚਾਹੇ ਨੰਬਰਸ ਟੋਟਲ ਘੱਟ ਹੋਣ ਪਰ ਕ੍ਰਾਈਮ ਇੱਥੇ ਜ਼ਿਆਦਾ ਹੁੰਦਾ ਪਿਆ ਹੈ। ਇਸੇ ਤਰ੍ਹਾਂ ਪ੍ਰੋਪਰਟੀ ਕ੍ਰਾਈਮ ਵਿੱਚ ਅਸੀਂ ਅੱਗੇ ਹਾਂ। ਈਵਨ ਜਦੋਂ ਰੇਪ ਦੇ ਕੇਸਿਸ ਨੇ, ਚਾਹੇ ਕੈਨੇਡਾ ਵਿੱਚ ਸੁਣਨ ਨੂੰ ਲੱਗਦਾ ਬਹੁਤ ਜ਼ਿਆਦਾ ਨਹੀਂ ਹੈ, ਕਿਉਂਕਿ UK ਵਿੱਚ ਕਈ ਸਟੱਡੀਜ਼ ਆਈਆਂ ਨੇ ਕਿ UK ਵਿੱਚ ਰੇਪ ਬਹੁਤ ਜ਼ਿਆਦਾ ਹੈ, ਲੇਕਿਨ ਉੱਥੇ ਪੋਪੂਲੇਸ਼ਨ ਦੇ ਹਿਸਾਬ ਨਾਲ ਜਦੋਂ ਕੰਪੇਅਰ ਕਰੀਏ ਤਾਂ ਐਕਚੁਅਲੀ ਅਸੀਂ UK ਤੋਂ ਵੀ ਅੱਗੇ ਹਾਂ। ਐਵੇਂ ਰੋਬਰੀ ਦੇ ਜੇ ਕੇਸ ਹੋਣ, ਸੌਫਟਵੇਅਰ ਪਾਇਰੇਸੀ ਦੀ ਜੇ ਗੱਲ ਹੋਵੇ ਤਾਂ ਇਹਨਾਂ ਸਾਰਿਆਂ 'ਚ ਹੀ ਕੈਨੇਡਾ ਐਕਚੁਅਲੀ G7 ਦੀ ਜਿਹੜੀ ਐਵਰੇਜ ਹੈ ਕੰਟਰੀਜ਼ ਦੀ ਉਹਨਾਂ ਨਾਲੋਂ ਕਿਤੇ ਅੱਗੇ ਚੱਲਦਾ ਪਿਆ। ਕਾਰ ਚੋਰੀਆਂ, ਬਿਲਕੁਲ। ਥੈਫਟਸ ਵਿੱਚ ਵੀ ਜੇ ਗੱਲ ਕਰੀਏ ਤਾਂ ਕੈਨੇਡਾ ਸਭ ਤੋਂ ਅੱਗੇ ਨਹੀਂ ਹੈ, ਪਰ G7 ਦੀ ਜਿਹੜੀ ਐਵਰੇਜ ਹੈ ਉਹਦੇ ਵਿੱਚ ਥੈਫਟ ਵਿੱਚ ਅਸੀਂ ਫਿਰ ਵੀ ਅੱਗੇ ਹਾਂ। ਸੋ ਜੇ ਇਹਨਾਂ ਸਾਰੀਆਂ ਕੰਟਰੀਆਂ 'ਚ ਦੇਖੀਏ ਵੀ ਕਿੰਨਾ ਕੁ ਜਨਰਲੀ ਹੋ ਰਿਹਾ ਹੈ ਥੈਫਟ, ਉਹਦੇ ਵਿੱਚ ਅਸੀਂ G7 ਨਾਲੋਂ ਅੱਗੇ ਹਾਂ। ਅਤੇ ਇੰਟਰਸਟਿੰਗ ਗੱਲ ਇਹ ਹੈ ਕਿ ਵੈਸੇ ਤਾਂ ਹਿਸਟੋਰੀਕਲੀ ਹੀ ਅਸੀਂ ਕਈ ਕ੍ਰਾਈਮਸ ਨੇ ਜਿਨ੍ਹਾਂ ਵਿੱਚ ਅੱਗੇ ਰਹੇ ਹਾਂ, ਲੇਕਿਨ ਪਿਛਲੇ ਸਾਲਾਂ ਵਿੱਚ ਜੇ ਤੁਸੀਂ ਇੱਕ ਗ੍ਰਾਫ, ਮੈਂ ਇੱਕ ਲਾਈਨ ਬਣਾਉਣ ਦੀ ਕੋਸ਼ਿਸ਼ ਕਰਾਂ ਨਾ, ਸਿੱਧੀ ਉੱਪਰ ਨੂੰ ਜਾ ਰਹੀ ਹੈ ਜੇ ਪਿਛਲੇ 8-10 ਸਾਲਾਂ 'ਚ ਦੇਖੀਏ ਤਾਂ। ਪਿਛਲੇ 10 ਸਾਲਾਂ 'ਚੋਂ ਮਤਲਬ ਇਹ ਟਰੈਂਡ ਬਹੁਤ ਉੱਤੇ ਜਾ ਰਿਹਾ।
ਬਿਲਕੁਲ ਜੀ, ਜੇ ਤੁਸੀਂ ਕੈਨੇਡਾ ਦਾ ਆਪਣਾ ਸਿਰਫ ਕੈਨੇਡਾ ਦੇ ਕ੍ਰਾਈਮ ਨੂੰ ਕੰਪੇਅਰ ਕਰੋਗੇ ਤਾਂ ਇੱਕ ਨਾ ਬਹੁਤ ਵਧੀਆ ਤਰੀਕੇ ਨਾਲ ਅਸੀਂ ਥੱਲੇ ਨੂੰ ਆਉਂਦੇ ਪਏ ਸੀਗੇ। ਜੇ ਮੈਂ 1998 ਤੋਂ ਜਿਹੜਾ ਡੇਟਾ ਅਵੇਲੇਬਲ ਹੈ ਉਹਨੂੰ ਦੇਖਾਂ, ਸੋ 1998 ਤੋਂ ਲੈ ਕੇ 2014 ਤੱਕ ਜੇ ਗ੍ਰਾਫ ਨੂੰ ਮੈਂ ਬਣਾਉਣਾ ਹੋਵੇ ਤਾਂ ਇੱਕ ਥੱਲੇ ਦੀ ਲਾਈਨ ਜਾਂਦੀ ਹੈ। ਲੇਕਿਨ ਇਹ ਕੀ ਇੱਕਦਮ ਚੇਂਜ ਹੋਇਆ, ਇਹ ਅਸੀਂ ਕਹਿ ਸਕਦੇ ਹਾਂ ਕੁਝ ਵੀ, ਪਰ ਬੜਾ ਮੁਸ਼ਕਿਲ ਹੈ ਪ੍ਰਿਡਿਕਟ ਕਰਨਾ ਕਿ 14 ਤੋਂ ਬਾਅਦ ਇੱਕਦਮ ਡਿਪ ਹੁੰਦਾ ਕ੍ਰਾਈਮ ਸਿੱਧਾ ਉੱਪਰ ਨੂੰ ਜਾਣ ਲੱਗ ਗਿਆ ਤੇ 2022 ਤੱਕ ਦੇ ਤੁਸੀਂ ਵਾਇਲੈਂਟ ਕ੍ਰਾਈਮ ਖਾਸ ਕਰਕੇ ਲਾਈਨ ਬਣਾਉਣ ਦੀ ਕੋਸ਼ਿਸ਼ ਕਰੋਗੇ ਤਾਂ 2014 ਤੋਂ ਬਾਅਦ ਸਿੱਧਾ ਉੱਪਰ ਨੂੰ ਸ਼ੂਟ ਅਪ ਕਰਦਾ ਪਿਆ। ਇਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ ਜੀ। ਇਹ ਹੁਣ ਇਹਦਾ ਕਾਰਨ ਕੀ ਹੈ ਕਿ ਇੱਕਦਮ ਵਧਿਆ? ਇਹ ਵੀ ਕੋਈ ਗਲੋਬਲ ਟ੍ਰੈਂਡ ਤੇ ਇਹਨੂੰ ਨਹੀਂ ਕਹਿ ਸਕਦੇ, ਕਿਉਂਕਿ G7 ਨਾਲੋਂ ਤੇ ਅਸੀਂ ਇੱਥੇ ਤੇ ਇਹ ਵੀ ਨਹੀਂ ਕਹਿ ਸਕਦੇ ਨਾ ਕਿ ਮਹਿੰਗਾਈ ਦੀ ਤਰ੍ਹਾਂ ਹੀ ਗਲੋਬਲ ਟ੍ਰੈਂਡ ਹੈ ਜੀ। ਇਹ ਗਲੋਬਲ ਟ੍ਰੈਂਡ ਜੇ ਹੈ ਵੀ ਹੈ ਤਾਂ ਬਹੁਤ ਸਾਰੀ ਕੰਟਰੀਜ਼ 'ਚ ਕੀ ਹੁੰਦਾ, ਕਿਸੇ ਨਾ ਕਿਸੇ ਟਾਈਮ ਤੇ ਉੱਪਰ ਜਾਂਦਾ ਥੱਲੇ ਜਾਂਦਾ। ਕ੍ਰਾਈਮ ਹੈ, ਕਦੀ ਵੱਧ ਜਾਂਦਾ ਘੱਟ ਜਾਂਦਾ, ਕਦੀ ਕੁਝ ਨਵੀਂ ਪੋਲਿਸੀਜ਼ ਆਉਂਦੇ ਨੇ ਜਿਹਦੇ ਨਾਲ ਫਰਕ ਪੈਂਦਾ। ਲੇਕਿਨ ਇਹ ਬੜਾ ਹੀ ਕੈਨੇਡਾ ਦਾ ਅਜੀਬ ਮੈਨੂੰ ਲੱਗਦਾ ਟ੍ਰੈਂਡ ਹੈ ਕਿ ਇੱਕਦਮ ਥੱਲੇ ਨੂੰ ਹੀ ਆਉਂਦੀ ਪਈ ਸੀ ਲਾਈਨ ਤੇ ਫਿਰ ਇੱਕਦਮ ਉੱਪਰ ਚੜ੍ਹਨ ਲੱਗੀ ਹੈ। ਤੇ ਮੈਂ ਕਈ ਰਿਪੋਰਟਸ ਦੇਖ ਰਿਹਾ ਸੀਗਾ ਜਿਹੜੀ ਦੱਸਦੀਆਂ ਕਿ ਵਾਇਲੈਂਟ ਕ੍ਰਾਈਮ ਕੈਨੇਡਾ ਵਿੱਚ ਪਿਛਲੇ 30 ਸਾਲਾਂ ਵਿੱਚ ਸਭ ਤੋਂ ਹਾਈਐਸਟ ਲੈਵਲ 'ਤੇ ਹੈ 2022 ਦਾ ਜੇ ਡੇਟਾ ਦੇਖੀਏ। ਸੋ ਵਾਇਲੈਂਟ ਕ੍ਰਾਈਮ ਇੰਨਾ ਕਿਉਂ ਵੱਧ ਰਿਹਾ, ਇਹਨੂੰ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਵੀ ਮੈਨੂੰ ਲੱਗਦਾ ਸਾਨੂੰ ਹੈ। ਤੇ ਹਾਂ, ਉਹ ਪੋਪੂਲੇਸ਼ਨ ਨਾਲ ਜੁੜਿਆ ਹੋਇਆ ਕਿਉਂਕਿ ਜਿਹੜੇ ਪੁਲਿਸ ਦੇ ਨੰਬਰਸ ਨੇ ਕਿ ਇੱਕ ਪੁਲਿਸ ਵਾਲਾ ਕਿੰਨੇ ਬੰਦਿਆਂ ਲਈ ਅਵੇਲੇਬਲ ਹੈ ਕੈਨੇਡਾ 'ਚ, ਉਹ ਨੰਬਰ ਲਗਾਤਾਰ ਘਟਦਾ ਪਿਆ। ਓਬਵੀਅਸਲੀ ਪੋਪੂਲੇਸ਼ਨ ਵੱਧਦੀ ਪਈ ਹੈ, ਪਰ ਇਹਦਾ ਮਤਲਬ ਤੁਸੀਂ ਆਪਣੀ ਪੁਲਿਸ ਫੋਰਸ ਨਹੀਂ ਵਧਾ ਰਹੇ। ਪਰ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਕਿ ਜੀ ਪੁਲਿਸ ਇਕੱਲੀ ਨਾਲ ਕ੍ਰਾਈਮ ਨਹੀਂ ਰੁਕਦੇ ਨੇ, ਤਾਂ ਫਿਰ ਵੀ ਜੇ ਉਸ ਤਰ੍ਹਾਂ ਵੀ ਦੇਖੀਏ ਤਾਂ ਪਰ 1000 ਵਾਲਾ ਵੀ ਜਿਹੜਾ ਕ੍ਰਾਈਮ ਹੈ, ਮਤਲਬ ਸਿਰਫ ਕ੍ਰਾਈਮ ਦਾ ਨੰਬਰ ਨਹੀਂ ਵੱਧ ਰਿਹਾ, ਪਰ 1000 ਵਾਲਾ ਵੀ ਜਿਹੜਾ ਕ੍ਰਾਈਮ ਹੈ ਉਹ ਵੀ ਵੱਧਦਾ ਪਿਆ ਕੈਨੇਡਾ 'ਚ। ਪੁਲਿਸ ਨਾਲ ਤਾਂ ਨਹੀਂ ਰੁਕਦੇ, ਫਿਰ ਹੋਰ ਜਿਹੜੇ ਤਰੀਕੇ ਨਾਲ ਰੁਕਦੇ ਉਹ ਤਾਂ ਦੱਸ ਤਾਂ ਦਿਓ ਨਾ, ਕਹਿਣ ਨਾਲ ਤੇ ਗੱਲ ਨਹੀਂ ਬਣਨੀ। ਬਿਲਕੁਲ, ਜਾਂ ਤਾਂ ਉਹ ਦੱਸੋ ਵੀ ਉਹਦਾ ਕੋਈ ਤਰੀਕਾ ਕੀ ਆ ਹੋਰ। ਐਗਜ਼ੈਕਟਲੀ। ਸੋ ਕਿਸੇ ਵੀ ਤਰੀਕੇ ਨਹੀਂ ਇਸ ਤਰ੍ਹਾਂ ਕ੍ਰਾਈਮ ਤੇ ਕੰਟਰੋਲ ਆ ਪਾ ਰਿਹਾ, ਜਾਂ ਮੈਂ ਕਿਸੇ ਵੀ ਤਰ੍ਹਾਂ ਦੇਖਣ ਦੀ ਕੋਸ਼ਿਸ਼ ਕਰਾਂ ਨਾ ਕ੍ਰਾਈਮ ਦੇ ਨੰਬਰ ਘੱਟ ਨੇ, ਪਰ 1000 ਕਿਸੇ ਵੀ ਤਰ੍ਹਾਂ ਮੈਂ ਦੇਖਾਂ ਉਹ ਘੱਟ ਨਹੀਂ ਹੈ। ਤੇ ਦੂਜੀ ਆਈ ਥਿੰਕ ਜਿਹੜੀ ਫਿਕਰ ਵਾਲੀ ਗੱਲ ਹੋਣੀ ਚਾਹੀਦੀ ਹੈ ਉਹ ਹੈ ਜੀ ਹੋਮੀਸਾਈਡਸ, ਕਿਉਂਕਿ ਉਹਦੇ ਵਿੱਚ ਕਿਸੇ ਦੀ ਜਾਨ ਜਾ ਰਹੀ ਹੈ। ਹੋਮੀਸਾਈਡਸ ਵਿੱਚ ਵੀ ਜੇ ਹਿਸਟੋਰੀਕਲੀ ਤੁਸੀਂ ਦੇਖੋਗੇ ਤਾਂ G7 ਕੰਟਰੀਜ਼ ਵਿੱਚ ਕੈਨੇਡਾ ਦੂਜੇ ਨੰਬਰ 'ਤੇ ਹਮੇਸ਼ਾ ਰਿਹਾ, ਫਰਾਂਸ ਵਿੱਚ ਬਹੁਤ ਹਾਈ ਰਿਹਾ ਇਹ ਨੰਬਰ। ਲੇਕਿਨ ਇੱਕ ਵਾਰ ਫਿਰ ਜਦੋਂ ਅਸੀਂ ਆਪਣਾ ਡੇਟਾ ਦੇਖਦੇ ਹਾਂ ਤਾਂ 2014 ਤੋਂ ਬਾਅਦ ਉਹ ਨੰਬਰ ਵੱਧਦਾ ਪਿਆ ਹੈ। ਤੇ ਪਹਿਲਾਂ ਜਿਹੜੀਆਂ G7 ਕੰਟਰੀਜ਼ ਦੇ ਜਿਹੜੇ ਗ੍ਰਾਫਸ ਨੇ ਉਹ ਜੀ ਨਾਲ ਨੇ, ਯਾਨੀ ਕਿ ਸਿਮਿਲਰ ਨੰਬਰ ਹੈਗੇ ਨੇ ਸਾਰੇ। G7 ਦੇ ਤੁਹਾਨੂੰ ਸੇਮ ਲੱਗਦਾ ਗ੍ਰਾਫ ਵੀ ਇੱਕੋ ਜਿਹੀ ਡਾਇਰੈਕਸ਼ਨ 'ਚ, ਮਤਲਬ ਇੱਕੋ ਫਰਕ, ਥੋੜੇ ਫਰਕ ਤੇ ਸਿਰਫ ਇੱਕ ਫਰਾਂਸ ਬਹੁਤ ਅੱਗੇ ਸੀਗਾ। ਲੇਕਿਨ 2015 ਤੋਂ ਬਾਅਦ ਕੈਨੇਡਾ ਨੇ ਜਿਹੜੇ ਬਾਕੀ ਦੇ ਹੁਣ ਦੇਸ਼ ਨੇ ਉਹਨਾਂ ਤੋਂ ਫਾਸਲਾ ਬਣਾਉਣਾ ਸ਼ੁਰੂ ਕਰਤਾ, ਯਾਨੀ ਕਿ ਜਿਹੜੇ ਰੇਟ ਤੇ ਜੇ ਮੈਂ ਕਹਿ ਰਿਹਾ ਸੀ G7 ਬਰਾਬਰ ਜਿਹਾ ਚੱਲ ਰਿਹਾ ਸੀਗਾ, ਹੁਣ ਕੈਨੇਡਾ ਉਹਨਾਂ ਤੋਂ ਵੱਧ ਤੇਜ਼ੀ ਨਾਲ ਹੋਮੀਸਾਈਡ ਦੇ ਕੇਸਿਸ ਵਿੱਚ ਇਹ ਨੰਬਰ ਉੱਪਰ ਜਾਣ ਲੱਗ ਗਿਆ, ਤਰੱਕੀ ਕਰਨ ਲੱਗ ਗਿਆ ਉਸ ਪੱਖੋਂ, ਜੇ ਇਹਨੂੰ ਤਰੱਕੀ ਕਹੀਏ ਜੀ। ਬਿਲਕੁਲ। ਸੋ ਆਈ ਥਿੰਕ ਜਿੱਥੇ ਹੋਮੀਸਾਈਡਸ ਨੇ, ਜਿੱਥੇ ਬੰਦੇ ਦੀ ਜਾਨ ਜਾ ਰਹੀ ਹੈ, ਜੇ ਉਹ ਇਸ ਤਰ੍ਹਾਂ ਇਸ ਰੇਟ ਤੇ ਵੱਧ ਰਿਹਾ ਤਾਂ ਉਹ ਤਾਂ ਸਾਡੇ ਸਾਰਿਆਂ ਲਈ ਜਾਂ ਸਰਕਾਰਾਂ ਲਈ ਬਹੁਤ ਵੱਡੀ ਇੱਕ ਟੈਨਸ਼ਨ ਹੋਣੀ ਚਾਹੀਦੀ ਹੈ। ਤੇ ਇਸ਼ਰਤ, ਓਵਰਆਲ ਜਿਵੇਂ ਤੁਸੀਂ ਨੰਬਰ ਸ਼ੇਅਰ ਕੀਤੇ ਨੇ ਜੀ, ਹੁਣ ਓਵਰਆਲ ਨੰਬਰ ਜਿਹੜੇ G7 ਮੁਲਕਾਂ ਦੀ ਐਵਰੇਜ ਹੈ ਜੀ ਉਹਦੇ ਨਾਲੋਂ ਵੀ ਜ਼ਿਆਦਾ ਨੇ ਜੀ। ਜੇ ਇੰਡੀਵਿਜੂਅਲ ਕੰਟਰੀਜ਼ ਨਾਲ ਦੇਖ ਲਈਏ, ਈਵਨ US ਨਾਲ ਵੀ ਕੰਪੇਅਰ ਕਰ ਲਈਏ, ਪਰ 1000 ਜਾਂ ਪਰ 1 ਲੱਖ ਆਬਾਦੀ ਪਿੱਛੇ ਨੰਬਰਸ ਜੀ ਉਹਨਾਂ 'ਚ ਵੀ ਅੱਗੇ ਆ। ਤੇ ਫਿਰ ਜਿਹੜੇ ਬਾਕੀ G7 ਮੁਲਕ ਨੇ ਜਿਹੜੇ ਕੋਈ ਨੇੜੇ ਤੇੜੇ ਜੇ ਪਹੁੰਚਦੇ ਨੇ ਕੈਨੇਡਾ ਦੇ, ਉਹ ਕਿਹੜੇ ਨੇ, US ਜਾਂ ਫਰਾਂਸ? ਦੇਖੋ, ਸਪੈਸੀਫਿਕ ਕ੍ਰਾਈਮਸ ਵਿੱਚ ਇਹ ਚੀਜ਼ ਚੇਂਜ ਹੁੰਦੀ ਰਹਿੰਦੀ ਹੈ। ਜਿਵੇਂ ਮੈਂ ਦੱਸਿਆ ਹੋਮੀਸਾਈਡ ਵਿੱਚ ਫਰਾਂਸ ਬਹੁਤ ਅੱਗੇ ਹੈ, ਸਾਰੇ G7 ਦੀ ਐਵਰੇਜ ਤੋਂ ਹੀ ਬਹੁਤ ਅੱਗੇ ਹੈ। ਲੇਕਿਨ US ਹੁਣ ਜੇ ਸ਼ੂਟਿੰਗਸ ਨੇ US ਉਹਦੇ 'ਚ ਅੱਗੇ ਹੈ। ਸੋ ਅਲੱਗ-ਅਲੱਗ ਕ੍ਰਾਈਮਸ ਵਿੱਚ ਕੋਈ ਨਾ ਕੋਈ ਦੇਸ਼ ਲੀਡ ਲੈ ਲੈਂਦਾ। ਤਾਂ ਹੀ ਮੈਂ ਕੁਝ ਐਗਜ਼ਾਮਪਲਸ ਦਿੱਤੇ ਸੀਗੇ ਜਿੱਥੇ ਕੈਨੇਡਾ G7 ਦੀ ਐਵਰੇਜ ਨਾਲੋਂ ਬਹੁਤ ਅੱਗੇ ਹੈ। ਹੁਣ ਜਿਵੇਂ ਡਰੱਗ ਓਫੈਂਸਿਸ ਨੇ, ਇਹ ਵੀ ਇੱਕ ਫਿਕਰ ਵਾਲੀ ਗੱਲ ਹੋਣੀ ਚਾਹੀਦੀ ਹੈ। ਆਪਾਂ ਬੜੇ ਐਕਸਪੈਰੀਮੈਂਟ ਕਰ ਰਹੇ ਹਾਂ, ਕਿਤੇ ਡੀਕ੍ਰਿਮੀਨਲਾਈਜੇਸ਼ਨ, ਕਿਤੇ ਅਸੀਂ ਕਹਿੰਦੇ ਹਾਂ ਇਹਨੂੰ ਰੀਹੈਬ ਕਰੋ, ਇਹਨੂੰ ਸਜ਼ਾ ਨਾ ਦਿਓ। ਪਰ ਸੱਚ ਇਹ ਹੈ ਕਿ ਡਰੱਗ ਦੇ ਨਾਲ ਜਿਹੜੇ ਓਫੈਂਸਿਸ ਸ਼ੁਰੂ ਹੁੰਦੇ ਨੇ ਉਹ ਬਹੁਤ ਜ਼ਿਆਦਾ ਨੇ। ਇਹ ਜਦੋਂ ਡੀਕ੍ਰਿਮੀਨਲਾਈਜੇਸ਼ਨ ਹੋਈ, ਇਹਨੇ ਪੋਰਚੁਗਲ ਦੀ ਐਗਜ਼ਾਮਪਲ ਦਿੱਤੀ ਕਿ ਉੱਥੇ ਡੀਕ੍ਰਿਮੀਨਲਾਈਜ਼ ਕਰਕੇ ਐਕਚੁਅਲੀ ਜਿਹੜੀ ਓਵਰਡੋਜ਼ ਨਾਲ ਮੌਤਾਂ ਨੇ ਉਹ ਬਹੁਤ ਘੱਟ ਗਈਆਂ। ਲੇਕਿਨ ਕਿਸੇ ਨੇ ਪੋਰਚੁਗਲ ਦਾ ਕ੍ਰਾਈਮ ਦਾ ਡੇਟਾ ਦੇਖਿਆ, ਉਹਨਾਂ ਹੀ ਏਰੀਆਜ਼ ਵਿੱਚ ਕ੍ਰਾਈਮ ਵਧਿਆ ਹੋਇਆ। ਸੋ ਹੁਣ ਜੇ BC ਦਾ ਇਹ ਮਾਡਲ ਸ਼ੁਰੂ ਹੋਇਆ, ਮੈਨੂੰ ਲੱਗਦਾ BC ਦਾ ਉਸ ਵੇਲੇ ਤੋਂ ਕ੍ਰਾਈਮ ਦਾ ਕੰਪੈਰੀਜ਼ਨ ਕਰਨ, ਇਹ ਫਿਰ ਪਤਾ ਲੱਗੂਗਾ ਵੀ ਕ੍ਰਾਈਮ ਤਾਂ ਨਹੀਂ ਵੱਧ ਰਿਹਾ ਕਿਤੇ। ਸੋ ਉਸ ਤਰ੍ਹਾਂ ਡਰੱਗ ਓਫੈਂਸਿਸ ਵਿੱਚ ਫੋਰ ਐਗਜ਼ਾਮਪਲ ਕੈਨੇਡਾ ਬਹੁਤ ਅੱਗੇ ਹੈ। ਪਰ ਜੇ ਆਪਾਂ ਫਰੋਡ ਦੀ ਗੱਲ ਕਰੀਏ, ਖਾਸ ਕਰਕੇ ਸਾਈਬਰ ਫਰੋਡ ਦੀ ਗੱਲ ਕਰੀਏ, ਚਾਹੇ GTA ਵਿੱਚ ਖਾਸ ਕਰਕੇ ਹੁਣ ਇਹ ਬਹੁਤ ਜ਼ਿਆਦਾ ਵੱਧ ਰਿਹਾ ਹੈ। ਲੇਕਿਨ ਜਦੋਂ ਤੁਸੀਂ ਕੰਪੇਅਰ ਕਰੋਗੇ ਤਾਂ ਅਸੀਂ G7 'ਚ ਸ਼ਾਇਦ ਜਿਹੜੇ ਥੱਲੇ ਵਾਲੇ ਦੇਸ਼ ਨੇ ਉਹਨਾਂ 'ਚ ਆਉਂਦੇ ਹਾਂ। US ਵਿੱਚ ਇਹ ਬਹੁਤ ਜ਼ਿਆਦਾ ਫੋਰ ਐਗਜ਼ਾਮਪਲ ਸਾਈਬਰ ਫਰੋਡ ਦੇ 'ਚ ਅਸੀਂ ਅੱਗੇ ਨਹੀਂ ਹਾਂ ਜੀ, ਪਰ ਅਸੀਂ ਥਰਡ ਵਰਲਡ ਵਾਲੇ ਫਰੋਡ 'ਚ ਅੱਗੇ ਜਾ ਰਹੇ ਹਾਂ ਹੁਣ।
ਥਰਡ ਵਰਲਡ ਵਾਲਾ ਫਰਾਡ ਕਹਿ ਲਓ। ਤੇ ਦੂਸਰਾ ਜਿਵੇਂ ਇੱਕ ਯੂਕੇ ਵਿੱਚ ਇੱਕ ਤਰ੍ਹਾਂ ਦਾ ਕ੍ਰਾਈਮ ਬਹੁਤ ਜ਼ਿਆਦਾ ਹੈ, ਜਿਹੜੇ ਬਰੋਲਸ ਹੁੰਦੇ ਨੇ ਹੈ ਨਾ, ਮੁੰਡੇ ਆਪਸ ਵਿੱਚ ਲੜ ਪੈਂਦੇ ਨੇ। ਹੁਣ ਕੈਨੇਡਾ ਉਹਦੇ 'ਚ ਬਹੁਤ ਪਿੱਛੇ ਹੈ। ਜਾਂ ਕਿਡਨੈਪਿੰਗ ਦਾ ਜਿਹੜਾ ਕ੍ਰਾਈਮ ਹੈ ਕੈਨੇਡਾ ਉਹਦੇ 'ਚ ਪਿੱਛੇ ਹੈ। ਸੋ ਕੁਛ ਕ੍ਰਾਈਮਸ ਇਹੋ ਜਿਹੇ ਨੇ ਜਿਹਦੇ ਵਿੱਚ ਸ਼ਾਇਦ ਕੈਨੇਡਾ ਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ। ਪਰ ਜੇ ਇਹ ਓਵਰਆਲ ਐਵੇਂ ਹੀ ਕਹਿ ਦੇਣ ਕਿ ਦੇਖ ਲਓ ਜੀ ਸਾਡੇ ਤਾਂ ਨੰਬਰਸ ਬਹੁਤ ਹੀ ਘੱਟ ਨੇ G7 ਨਾਲੋਂ, ਤਾਂ ਉਹ ਐਜ਼ ਅ ਸਟੇਟਮੈਂਟ ਚਾਹੇ ਸੱਚ ਹੋਵੇ ਪਰ ਉਹ ਪੂਰਾ ਸੱਚ ਨਹੀਂ ਹੈ। ਕਿਉਂਕਿ ਜਦੋਂ ਪਰ 1000 ਜਾਂ ਪਰ ਲੱਖ, ਜਦੋਂ ਪਰ ਕੈਪੀਟਾ ਕ੍ਰਾਈਮ ਜਿਹਨੂੰ ਕਹਿੰਦੇ ਆ, ਉਹ ਐਕਚੁਅਲੀ ਕੈਨੇਡਾ ਵਿੱਚ ਬਹੁਤ ਜ਼ਿਆਦਾ। ਤੇ ਤਾਂ ਹੀ ਅਸੀਂ ਫੇਸ ਵੀ ਕਰਦੇ ਹਾਂ, ਸਾਨੂੰ ਰੋਜ਼ ਖਬਰਾਂ 'ਚ ਵੀ ਜਾਂ ਸਾਡੇ ਆਸ-ਪਾਸ ਦੇਖਣ ਨੂੰ ਤਾਂ ਹੀ ਮਿਲ ਰਿਹਾ ਕਿ ਉਹ ਐਕਚੁਅਲੀ ਕ੍ਰਾਈਮ ਹੈਗਾ ਹੈ। ਪਰ ਪਿਓਰ ਨੰਬਰਸ ਤਾਂ ਅਸਲ 'ਚ ਇਹੀ ਅਸੀਂ ਦੇਖ ਰਹੇ ਸੀ, ਇਸੇ ਕਰਕੇ ਇਹ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ ਜੀ ਕਿ ਆਲੇ ਦੁਆਲੇ ਤਾਂ ਅਸੀਂ ਦੇਖਦੇ ਕਿ ਕ੍ਰਾਈਮ ਬਹੁਤ ਹੋ ਰਿਹਾ, ਪਰ ਜਿਹੜੇ ਕੁਛ ਲੋਕ ਐਕਟਿਵਿਸਟ ਟਾਈਪ ਲੋਕ ਨੇ ਉਹਨਾਂ ਨੂੰ ਕਹੋ ਤਾਂ ਨੰਬਰ ਕੱਢ ਕੇ ਦਿਖਾ ਦੇਣਗੇ ਜੀ ਕੈਨੇਡਾ ਨਾਲੋਂ ਤੇ ਬਾਹਰ ਦੂਸਰੇ ਮੁਲਕਾਂ 'ਚ ਜ਼ਿਆਦਾ ਜੀ। ਪਰ ਅਸਲ ਦੇ 'ਚ ਜਿਹੜਾ ਅਸੀਂ ਜਦੋਂ ਪਰ 1000 ਦੇ ਹਿਸਾਬ ਨਾਲ ਜਾਂ ਪਰ ਲੱਖ ਦੇ ਹਿਸਾਬ ਨਾਲ ਦੇਖਾਂਗੇ ਉਦੋਂ ਅਹਿਸਾਸ ਹੁੰਦਾ ਜਿਸ ਕੰਟਰੀ ਦੀ ਆਬਾਦੀ ਮੁਸ਼ਕਿਲ ਨਾਲ ਪੰਜਾਬ ਜਿੰਨੀ ਕੁ ਹੈ ਜੀ, ਤੇ ਉਹਦੇ 'ਚ ਜਦੋਂ ਇਹ ਕ੍ਰਾਈਮ ਦੇ ਨੰਬਰਸ ਨੇ ਉਹ ਫਿਰ ਇੱਕ ਡਿਫਰੈਂਟ ਪਰਸਪੈਕਟਿਵ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਧੰਨਵਾਦ ਜੀ।